ਪੀਰ ਮੁਹੰਮਦ ਸਾਹਿਬ, ਤੁਸੀਂ ਡਿਨਾਈ ਨਹੀਂ ਕਰ ਰਹੇ, ਦੇਖੋ ਗੱਲ ਦਰਸ਼ਕਾਂ ਨੇ ਵੀ ਫੜੀ ਹੋਏਗੀ ਇਹੀ ਜਿਹੜੀ ਅਲਾਈਅੰਸ ਨੂੰ ਲੈ ਕੇ ਮੈਂ ਵਾਰ-ਵਾਰ ਸਵਾਲ ਕਰ ਰਿਹਾ ਸੀ, ਤੁਸੀਂ ਅਲੱਗ-ਅਲੱਗ ਮੁੱਦਿਆਂ ਦਾ ਜ਼ਿਕਰ ਕਰ ਰਹੇ ਹੋ। ਦੇਖੋ ਗੱਲ ਹੈ ਸ਼ੁਕਲਾ ਸਾਹਿਬ, ਮੇਨ ਗੱਲ ਨਾ ਤੁਸੀਂ ਦੇਖੋ ਪਾਰਟੀ ਦੀ ਜਿਹੜੀ ਆਈਡੀਓਲੋਜੀ ਹੈ ਉਹ ਕੀ ਕਹਿੰਦੀ ਹੈ, ਉਹਦੇ ਵਿੱਚ ਸਾਡੇ ਕੋਲ ਜਿੱਥੇ ਵੋਟਰ ਆਮ ਪਾਰਟੀਆਂ ਵੋਟਰ ਵੱਲ ਦੇਖਦੀਆਂ, ਅਸੀਂ ਨਾਲ ਆਪਣੀ ਕੌਮ ਨੂੰ ਵੀ ਦੇਖ ਰਹੇ ਹਾਂ। ਆਪਣੀ ਕੌਮ ਜਿਹੜੀ ਸ਼੍ਰੋਮਣੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਹੈ ਔਰ ਜਿਵੇਂ ਬੀਜੇਪੀ ਹੈ, ਹੁਣ ਦੇਖੋ ਬੀਜੇਪੀ ਪੂਰੇ ਦੇਸ਼ ਦੇ ਵਿੱਚ ਇੱਕ ਪੋਲਰਾਈਜ਼ ਸਿਆਸਤ ਦੇ ਉੱਤੇ ਉਤਰੀ ਹੋਈ ਹੈ, ਉਹਨੂੰ ਬਹੁਤ ਸਾਰੇ ਜਿਹੜੇ ਵੋਟਰ ਹੈ ਉਹ ਆਪਣੇ ਉਹ ਦਿਸਦੇ ਆ। ਸਾਡੀ ਪੰਜਾਬ ਦੀ ਧਰਤੀ ਦੇ ਉੱਤੇ ਜਿੱਥੇ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ, ਉੱਥੇ ਸਾਡੀ ਆਪਣੀ ਸਿੱਖ ਕੌਮ ਹੈ। ਸਿੱਖ ਕੌਮ ਦੇ ਜਜ਼ਬਾਤਾਂ ਨੂੰ ਸਾਹਮਣੇ ਰੱਖ ਕੇ ਦੇਖੋ ਸਮਝੌਤਾ ਤਾਂ ਪਹਿਲਾਂ ਰਿਹਾ ਬੀਜੇਪੀ ਨਾਲ, ਉਹ ਕੋਈ ਵੱਖਰੀ ਗੱਲ ਨਹੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੀਡਰਸ਼ਿਪ ਕੀ ਕਰਦੀ ਹੈ। ਇਹ ਫੈਸਲਾ ਜਿਹੜਾ ਹੈ ਜਿਹੜੀ ਆਪਣੇ ਲੀਡਰਸ਼ਿਪ ਦੇ ਸਾਡੀ ਦੇ ਪ੍ਰਧਾਨ ਨੇ ਸਰਦਾਰ ਸੁਖਬੀਰ ਸਿੰਘ ਬਾਦਲ, ਉਹਨਾਂ ਨੇ ਸਾਰੀ ਸੀਨੀਅਰ ਲੀਡਰਸ਼ਿਪ ਨਾਲ ਵਿਚਾਰ ਵਟਾਂਦਰੇ ਕਰਨ ਤੋਂ ਬਾਅਦ ਮੈਂ ਰੈਪੂਟੇਸ਼ਨ ਕਰਦਿਆ ਦੁਬਾਰਾ ਕਹਿ ਦਿਆਂ। ਪਰ ਮੈਂ ਇਹ ਗੱਲ ਕਹਿਣੀ ਚਾਹਣਾ ਕਿ ਜੋ ਪਿਛਲੇ ਸਮੇਂ ਦੇ ਵਿੱਚ ਕਾਂਗਰਸ ਨੇ ਕੀਤਾ ਸਾਡੇ ਨਾਲ, ਜੋ ਹੁਣ ਜੇ ਅਸੀਂ ਜਿਸ ਨੂੰ ਆਪਣਾ ਕਿਹਾ, ਉਹ ਆਪਣੇ ਜਿਹੜੇ ਆ ਉਹ ਕੁਝ ਆਪਣਾ ਦਿਖਾਉਣ ਤਾਂ ਸਹੀ ਕਿ ਅਸੀਂ ਉਹਨਾਂ ਨੇ ਪੰਜਾਬ ਦੇ ਵੇਖੋ ਇਹਨਾਂ ਦੀ ਲੀਡਰਸ਼ਿਪ ਦੇ ਕਈ ਬੰਦੇ ਇਹੋ ਜਿਹੇ ਹੌਲੇ ਬਿਆਨ ਦੇ ਜਾਂਦੇ ਆ, ਅਸੀਂ ਕਿਸੇ ਨੇ ਕੋਈ ਸਮਝੌਤੇ ਦੀ ਗੱਲ ਹੀ ਨਹੀਂ ਕੀਤੀ। ਉਹ ਆਣ ਕੇ ਕਹਿਣਗੇ ਜੀ ਅਸੀਂ ਇਹਨਾਂ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ। ਭਾਈ ਤੁਹਾਡੇ ਕੋਲ ਕੋਈ ਜਾ ਕੇ ਚੱਲ ਕੇ ਗਿਆ ਕਿ ਜਿਸ ਨੇ ਮਿਹਨਤ ਕੀਤੀ ਹੋਵੇ ਕਿ ਤੁਸੀਂ ਸਾਡੇ ਨਾਲ ਸਮਝੌਤਾ ਕਰੋ। ਸਮਝੌਤੇ ਦੀਆਂ ਕਿਆਸ ਰਾਈਆਂ ਜਿਹੜੀਆਂ ਨੇ ਉਹ ਟੀਵੀ ਚੈਨਲਾਂ ਦੇ ਉੱਤੇ, ਪ੍ਰਿੰਟ ਮੀਡੀਆ ਦੇ ਵਿੱਚ, ਸੋਸ਼ਲ ਮੀਡੀਆ ਦੇ ਉੱਤੇ ਚੱਲਦੀਆਂ ਰਹਿੰਦੀਆਂ। ਪਹਿਲਾਂ ਤਾਂ ਸਾਡੇ ਜਿਹੜੇ ਕਰੰਟ ਇਸ਼ੂ ਨੇ ਕੌਮ ਦੇ, ਸਾਡਾ ਪੰਜਾਬ ਦਾ ਪਾਣੀ ਲੁੱਟਿਆ ਗਿਆ, ਸਾਡਾ ਇੱਥੇ MSP ਦੀ ਗੱਲ ਹੋਈ, ਕਿਸਾਨਾਂ ਨੇ ਐਡਾ ਵੱਡਾ ਸੰਘਰਸ਼ ਲੜਿਆ, 700-800 ਕਿਸਾਨ ਜਿਹੜਾ ਸ਼ਹੀਦ ਹੋ ਗਿਆ। ਔਰ ਤੁਸੀਂ ਦੇਖੋ ਇੱਥੇ ਕਈ ਮਸਲੇ ਨੇ ਜਿਹੜੇ ਪੰਜਾਬ ਦੇ ਜੋ ਸ਼੍ਰੋਮਣੀ ਅਕਾਲੀ ਦਲ ਜਿਹਦੇ ਲਈ ਸੰਘਰਸ਼ ਕਰਦਾ ਰਿਹਾ, ਉਹਦੇ ਪ੍ਰਤੀ ਸੁਹਿਰਦਤਾ ਤਾਂ ਦਿਖਾਉਣੀ ਪਏਗੀ। ਹੁਣ ਕੀ ਮਜਬੂਰੀ ਹੈ ਮੌਜੂਦਾ ਕੇਂਦਰ ਸਰਕਾਰ ਦੀ, ਜਿਹੜੇ ਸਾਡੇ ਬੰਦੀ ਸਿੰਘ ਨੇ ਜਿਨ੍ਹਾਂ ਨੇ ਜੇਲ੍ਹਾਂ ਜਿਹੜਾ ਕਾਨੂੰਨ ਅਨੁਸਾਰ ਜਿਹੜੀਆਂ ਸਜ਼ਾਵਾਂ ਦਿੱਤੀਆਂ ਗਈਆਂ ਸੀ ਉਹ ਆਪਣੀਆਂ ਪੂਰੀਆਂ ਕਰ ਚੁੱਕੇ ਨੇ। ਤੁਸੀਂ ਦੇਖੋ ਦੇਸ਼ ਦੀ ਜੇਲ੍ਹ ਦੇ ਵਿੱਚ ਕੋਈ ਇੱਕ ਵੀ ਕੈਦੀ ਦਿਖਾ ਦਿਓ। ਚਾਹ ਰਹੇ ਹੋ ਕਿ ਜਿਹੜੇ ਇਹ ਮੁੱਦੇ ਨੇ ਬੰਦੀ ਸਿੰਘਾਂ ਵਾਲੇ ਜਾਂ ਫਿਰ UCC ਦਾ ਵੀ ਤੁਸੀਂ ਜ਼ਿਕਰ ਕਰ ਦਿੱਤਾ ਕਿ ਇਹਨਾਂ ਦੇ ਉੱਤੇ ਜਦੋਂ ਤੱਕ ਇੱਕ ਰਾਈ ਨਹੀਂ ਬਣਦੀ ਉਸ ਵੇਲੇ ਤੱਕ ਅਲਾਈਅੰਸ ਪੋਸੀਬਲ ਨਹੀਂ ਹੈਗਾ। ਤੁਸੀਂ ਦੇਖੋ ਢੀਂਡਸਾ ਸਾਹਿਬ ਨੇ ਬੜੇ ਸਾਡੇ ਸਤਿਕਾਰਯੋਗ ਨੇ ਜੀ, ਉਹਨਾਂ ਨੂੰ ਪੁੱਛ ਲਿਓ, ਉਹਨਾਂ ਨਾਲ ਇੰਟਰਵਿਊ ਕਰ ਲਿਓ। ਮੈਂ ਜਦੋਂ ਦਿੱਲੀ ਜਾ ਰਹੇ ਸੀ ਸ੍ਰੀ ਅਮਿਤ ਸ਼ਾਹ ਜੀ ਕੋਲੋਂ ਤੇ ਮੈਂ ਢੀਂਡਸਾ ਸਾਹਿਬ ਨਾਲ ਗੱਲ ਕੀਤੀ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਅੱਜ ਜਾਣਾ ਹੈ ਤੇ ਤੁਸੀਂ ਆ ਜਿਹੜੇ ਮਸਲੇ ਆ ਇਹਨਾਂ ਦੇ ਉੱਤੇ ਕੋਈ ਗੱਲ ਕਰੋਗੇ? ਉਹ ਕਹਿੰਦੇ ਜੀ ਇਹਨਾਂ ਦੇ ਉਹ ਅਜੇ ਇਸ ਪਾਸੇ ਵੱਲ ਧਿਆਨ ਨਹੀਂ ਦਿੰਦੇ। ਤੇ ਤੁਸੀਂ ਢੀਂਡਸਾ ਸਾਹਿਬ ਦਾ ਦੂਜਾ ਬਿਆਨ ਵੀ ਸੁਣਿਆ ਹੋਵੇਗਾ, ਉਹ ਕਹਿੰਦੇ ਕਿ ਕਮਜ਼ੋਰ ਲੋਕਾਂ ਦੇ ਨਾਲ ਗੱਲ ਨਹੀਂ ਕੀਤੀ ਜਾਂਦੀ। ਤੇ ਜੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਜਿਹੜੇ ਸਾਡੇ ਵਿੱਚੋਂ ਬਾਹਰ ਗਏ ਨੇ ਉਹ ਸਾਰੇ ਅੱਜ ਇਕਜੁੱਟ ਹੋਣ, ਸ਼੍ਰੋਮਣੀ ਅਕਾਲੀ ਦਲ ਜਿਹੜੀ ਇੱਕ ਤਾਕਤ ਦੇ ਰੂਪ ਦੇ ਵਿੱਚ ਪੰਜਾਬ ਦੀ ਧਰਤੀ ਦੇ ਉੱਤੇ ਰਾਜ ਕਰਦੀ ਰਹੀ ਹੈ ਤੇ ਸਾਨੂੰ ਰਾਜ ਕਰਨ ਤੋਂ ਕੋਈ ਰੋਕ ਨਹੀਂ ਸਕਦਾ। ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ, ਕਿਉਂਕਿ ਲੋਕ ਜਿਹੜੇ ਆ ਪੰਜਾਬ ਦੇ ਉਹ ਆਪਣੀ ਪਾਰਟੀ ਨੂੰ ਪਿਆਰ ਕਰਦੇ ਆ, ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਆ, ਪੰਥ ਨੂੰ ਪਿਆਰ ਕਰਦੇ ਆ। ਪੰਜਾਬ ਦੀ ਧਰਤੀ ਦੇ ਉੱਤੇ ਜੋ ਜਾਤੀਆਂ ਪਿਛਲੀ ਸਰਕਾਰਾਂ ਨੇ ਕੀਤੀਆਂ ਹਾਂਜੀ ਤੁਹਾਡੀ ਗੱਲ ਜਿਹੜਾ ਹੋਵੇਗੀ ਇੰਟਰਸਟਿੰਗ ਹੈ। ਜਿਹੜੇ ਤੁਸੀਂ ਮੁੱਦਿਆਂ ਦਾ ਜ਼ਿਕਰ ਕਰ ਰਹੇ ਹੋ ਕਿ ਉਹਨਾਂ ਮੁੱਦਿਆਂ ਦੇ ਉੱਤੇ ਗੱਲ ਬਣਦੀ ਵਿਗੜ ਸਕਦੀ ਹੈ, ਕੋਈ ਗੱਲ ਚੱਲ ਵੀ ਰਹੀ ਹੈ ਨਹੀਂ ਚੱਲ ਰਹੀ ਹੈ, ਵੀ ਇੱਕ ਇਸ਼ੂ ਲਾਜ਼ਮੀ ਤੌਰ ਤੇ ਜਿਸ ਦੇ ਉੱਤੇ ਵਿਚਾਰਾਂ ਹੋਣੀਆਂ ਚਾਹੀਦੀਆਂ। ਪਰ ਜਾਖੜ ਤਾਂ ਪ੍ਰਧਾਨ ਬਣ ਚੁੱਕੇ ਨੇ ਪੰਜਾਬ BJP ਦੇ। ਜਾਖੜ ਉਹੀ ਨੇ ਜੋ ਅਕਾਲੀ ਦਲ ਦੇ ਖਿਲਾਫ ਬਹੁਤ ਤਗੜਾ ਸਟੈਂਡ ਲੈਂਦੇ ਸੀ ਜਦੋਂ ਕਾਂਗਰਸ ਦੇ ਵਿੱਚ ਸੀ, ਤਾਂ ਕਿ ਜਾਖੜ ਦੀ ਇਸ ਵਾਲੇ ਪਾਸੇ ਐਂਟਰੀ BJP ਦੇ ਨਾਲ ਨੇੜਤਾ ਜਾਂ BJP ਅਕਾਲੀ ਦਲ ਦੇ ਵਿਚਾਲੇ ਅਲਾਈਅੰਸ ਨੂੰ ਲੈ ਕੇ ਕੋਈ ਅੜਿੱਕਾ ਬਣ ਸਕਦੀ ਹੈ। ਹਾਲਾਂਕਿ ਹਾਈ ਕਮਾਨ ਨੇ ਉਹ ਪੂਰਾ ਫੈਸਲਾ ਕਰਨਾ ਹੈ। ਬਲੀਵਾਲ ਸਾਹਿਬ, ਇੱਥੇ ਇੱਕ ਵੀ ਲੋਕਾਂ ਦੇ ਜ਼ਿਹਨ ਦੇ ਵਿੱਚ ਸਵਾਲ ਹੋਏਗਾ ਕਿ ਮੌਜੂਦਾ ਸਮੇਂ ਦੇ ਵਿੱਚ ਕਿਤੇ ਇਹ ਨਾ ਹੋ ਜਾਵੇ ਕਿ ਇੱਕ ਟੀਮ ਜਾਖੜ ਜਾਂ ਮੈਂ ਕਹਾਂ ਕਿ ਟੀਮ ਕੈਪਟਨ ਵਰਸਸ ਟੀਮ ਪੁਰਾਣੇ BJP ਵਾਲੇ ਪੰਜਾਬ ਦੇ ਵਿੱਚ ਕੋਈ ਅਜਿਹੀ ਸਥਿਤੀ ਨਾ ਹੋ ਜਾਵੇ। ਬਹੁਤ ਮਜ਼ਬੂਤ BJP ਪੰਜਾਬ ਦੇ ਵਿੱਚ 2022 ਦੀਆਂ ਚੋਣਾਂ 'ਚ ਨਜ਼ਰ ਨਹੀਂ ਆਈ ਤੇ ਇਸ ਵਿਚਾਲੇ ਜਾਖੜ ਦੇ ਸਾਹਮਣੇ ਉਹ ਚੁਣੌਤੀ ਹੋਏਗੀ ਜਾਂ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਚੁਣੌਤੀ ਹੋਏਗੀ ਕਿ ਉਹ ਕਿਵੇਂ ਕਾਡਰ ਬਣਾਉਣ, ਮਜ਼ਬੂਤ ਕਰਨ, ਪਿੰਡਾਂ ਦੇ ਵਿੱਚ ਪਹੁੰਚਣ, ਉੱਥੇ ਲੋਕਾਂ ਨੂੰ BJP ਨਾਲ ਜੋੜ ਸਕਣ। ਦੇਖੋ ਗੌਰਵ ਜੀ, ਗੱਲ ਇਹ ਹੈ ਕਿ ਇਹ ਤਾਂ ਆਉਣ ਵਾਲੇ ਭਵਿੱਖ ਦੇ ਕਰਮ ਦੇ ਵਿੱਚ ਕੀ ਹੋਊਗਾ, ਕਿਉਂਕਿ ਅੱਜ ਤਾਂ ਜਾਖੜ ਸਾਹਿਬ ਨੇ ਪ੍ਰਧਾਨਗੀ ਲਈ ਆ। ਅਸੀਂ ਤਾਂ ਇਹ ਸੋਚਿਆ ਸੀ ਕਿ ਅਸੀਂ ਬੋਕ ਦੇ ਸਿੰਘਾਂ ਨੂੰ ਹੱਥ ਪਾਵਾਂਗੇ ਕਿ ਉਹ ਸਰਕਾਰ ਵਾਲੇ ਕੋਈ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਤੀ ਕਰਦੇ ਸੀਗੇ ਤੇ ਉਹਨਾਂ ਨੂੰ ਕੋਈ ਜਵਾਬ ਦੇਵਾਂਗੇ, ਪਰ ਤੁਸੀਂ ਤਾਂ ਸਾਨੂੰ ਆਪਸ ਦੇ ਵਿੱਚ ਹੀ ਕੋਈ ਚੀਜ਼ਾਂ ਦੇ ਵਿੱਚ ਆ ਕੇ ਉਲਝਣ ਵਾਲਾ ਕੰਮ ਹੋਇਆ ਪਿਆ। ਸੋ ਇਹ ਸਾਰੀਆਂ ਚੀਜ਼ਾਂ ਰਲਿਲ ਸ਼ਰੀਫ ਜੀ ਬੈਠੇ ਨੇ
ਉਹ ਭਲੀ ਭਾਂਤੀ ਜਾਣੂ ਨੇ ਕਿ ਕੀ ਜਵਾਬ ਦੇਣੇ ਆ ਕੀ ਨਹੀਂ ਦੇਣੇ। ਮੈਂ ਤਾਂ ਕੈਪਟਨ ਸਾਹਿਬ ਦੇ ਦਾ ਇੱਕ ਸਾਥੀ ਆ ਜਿਹੜਾ ਉਹਨਾਂ ਦੇ ਨਾਲ, ਚਾਹੇ ਉਹ ਕਾਂਗਰਸ ਦੇ ਟਾਈਮ ਸੀ, PLC ਦੇ ਟਾਈਮ ਸੀ ਤੇ ਹੁਣ ਵੀ ਆ, ਤੇ ਉਹਨਾਂ ਦੇ ਨਾਲ ਰਹਿਣਾ ਤੇ ਉਹਨਾਂ ਦੇ ਦੇਸ਼ ਦਾ ਮੀਡੀਆ ਵਗੈਰਾ। ਬਟ ਇਹਨਾਂ ਚੀਜ਼ਾਂ ਦੇ ਉੱਪਰ ਇੱਕ ਪਾਰਟੀ ਦੀ ਪਾਲਿਸੀ ਲਾਈਨ ਹੁੰਦੀ ਹੈ, ਉਹ ਪਾਲਿਸੀ ਲਾਈਨ ਦੇ ਅਕੋਰਡਿੰਗਲੀ ਕੈਪਟਨ ਸਾਹਿਬ ਵੀ ਚੱਲਣਗੇ, ਉਹੀ ਪਾਲਿਸੀ ਲਾਈਨ ਦੇ ਹਿਸਾਬ ਨਾਲ ਜਾਖੜ ਸਾਹਿਬ ਵੀ ਚੱਲਣਗੇ, ਉਸੇ ਪਾਲਿਸੀ ਲਾਈਨ ਦੇ ਨਾਲ ਜਿੰਨੀ BJP ਆ ਉਹ ਕੰਮ ਕਰ ਰਹੀ ਆ ਆਲਰੇਡੀ। ਤੇ ਇਹਨਾਂ ਦਾ ਜਿਹੜਾ ਸਿਸਟਮ ਸੰਗਠਨ ਦਾ ਹੈਗਾ, ਕਿਉਂਕਿ ਸੰਗਠਨ ਮੰਤਰੀ ਬਾਹਰੋਂ ਆਦੇ ਨੇ, ਬਾਕੀ ਅਲੱਗ-ਅਲੱਗ ਚੀਜ਼ਾਂ ਦੇ ਇੰਚਾਰਜ ਲੱਗਦੇ, ਜਿੰਨਾ ਕਿ ਮੈਂ ਹੁਣ ਇਹਨਾਂ ਦੇ ਨੇੜੇ ਹੋ ਕੇ ਵੇਖਿਆ ਤੇ ਮੈਨੂੰ ਚੀਜ਼ਾਂ ਦੇਖਣ ਨੂੰ ਮਿਲੀਆਂ, ਉਹ ਅਲੱਗ ਸੈਟਅਪ ਹੈ ਤੇ ਉਹ ਅਲੱਗ ਸੈਟਅਪ ਦੇ ਵਿੱਚ ਸਭ ਤੋਂ ਜ਼ਿਆਦਾ ਬੈਟਰ ਸਰੀਨ ਸਾਹਿਬ ਨੂੰ ਪਤਾ ਹੈ ਕਿ ਉਹ ਕਿਵੇਂ ਵਰਕਆਊਟ ਹੋਊਗਾ। ਤੇ ਜਾਖੜ ਸਾਹਿਬ ਮੈਨੂੰ ਉਮੀਦ ਹੈ, ਕਿਉਂਕਿ ਇੱਕ ਐਕਸਪੀਰੀਅੰਸਡ ਆਦਮੀ ਹੈ, ਕਈ ਚੀਜ਼ਾਂ ਨੇ, ਇੱਕ ਦੂਸਰੀ ਪਾਰਟੀ ਨੂੰ ਵੀ ਚਲਾਇਆ ਉਹਨਾਂ ਨੇ, CNP ਵੀ ਰਹੇ ਨੇ, ਮਜ਼ਬੂਤ ਲੀਡਰ ਨੇ, ਜਾਟ ਲੀਡਰ ਦੇ, ਜੱਟਾਂ ਦੇ ਵਿੱਚ ਵੀ ਉਹਨਾਂ ਦਾ ਸਨਮਾਨ ਪੂਰਾ ਹੈ, ਚਾਹੇ ਉਹ ਜੱਟ ਸਿੱਖ ਨੇ ਤੇ ਚਾਹੇ ਜਾਟ ਸਿੱਖ ਨੇ, ਉਹ ਸਾਰੇ ਪਾਸੇ। ਇਵਨ ਰਾਜਸਥਾਨ ਦੇ ਵਿੱਚ ਵੀ ਉਹਨਾਂ ਦਾ ਸਨਮਾਨ ਹੈ, ਹਰਿਆਣਾ ਦੇ ਵਿੱਚ ਵੀ ਹੈ, UP ਦੇ ਵਿੱਚ ਵੀ ਹੈ। ਇੱਕ ਲਾਰਜਰ ਸਾਰੀਆਂ ਗੱਲਾਂ ਹੈਗੀਆਂ। ਸਭ ਦੇਖੋ ਗੱਲ ਪਤਾ ਕੀ ਹੈ ਕਿ ਤੁਸੀਂ ਇਕੱਠੇ ਹੋ ਕੇ ਵਿਰੋਧੀਆਂ ਨੂੰ ਘੇਰਨਾ, ਉਸ ਤੋਂ ਪਹਿਲਾਂ ਲੋਕਾਂ ਦੇ ਜ਼ਿਹਨ ਦੇ ਵਿੱਚ, ਖਾਸ ਤੌਰ ਤੇ ਜਿਹੜੇ BJP ਦੇ ਵਰਕਰ ਨੇ, ਜਿਹੜੇ ਜਾਖੜ ਦੇ ਸਪੋਰਟਰ ਨੇ, ਉਹਨਾਂ ਦੇ ਜ਼ਿਹਨ ਦੇ ਵਿੱਚ ਇਹ ਸਵਾਲ ਹੋਏਗਾ ਕਿ ਆਪਸ ਦੇ ਵਿੱਚ ਕੋਈ ਟਸਲ ਵਰਗੀ ਗੱਲ ਨਾ ਹੋ ਜਾਏ। ਇਸ ਕਰਕੇ ਸਵਾਲ ਪੁੱਛਣੇ ਲਾਜ਼ਮੀ ਨੇ। ਇਸ ਕਰਕੇ ਅਸੀਂ ਅੱਜ ਤੁਹਾਨੂੰ ਸੱਦਿਆ ਵੀ ਤੇ ਮੈਂ ਸਵਾਲ ਕਰ ਵੀ ਰਿਹਾ ਕਿ ਕੋਈ ਗੱਲ ਨਹੀਂ, ਜਦੋਂ ਹੁਣ ਜਿਸ ਦਿਨ ਕਾਂਗਰਸ ਤੇ ਆਮ ਆਦਮੀ ਪਾਰਟੀ ਵੀ ਨਾਲ ਬੈਠੇ ਹੋਣਗੇ ਉਸ ਤਰੀਕੇ ਦੇ ਸਵਾਲ ਵੀ ਹੋਣਗੇ। ਤਾਂ ਅੱਜ ਤੁਸੀਂ ਦੋਵੇਂ ਹੋ, ਇਸ ਕਰਕੇ ਮੈਂ ਸਵਾਲ ਵੀ ਪੁੱਛ ਰਿਹਾ ਕਿ ਵਰਸਸ ਵਾਲੀ ਦੋਵਾਂ ਦੇ ਵਿਚਾਲੇ ਨਾ ਕੋਈ ਗੱਲ ਹੋ ਜਾਵੇ। ਮੈਂ ਕਿਹਾ ਵਰਸਸ ਵਾਲੀ, ਮੈਂ ਤਾਂ ਕਹੀ ਜਾਂਦਾ ਕਿ ਸਾਡੇ ਵੱਡੇ ਭਰਾ ਨੇ। ਵਰਸਸ ਵਾਲੀ ਗੱਲ ਤਾਂ ਹੋਵੇ ਜਿਸ ਚੀਜ਼ ਤੇ ਉਹ ਕੁਰਸੀ ਤੇ ਬੈਠੇ ਨੇ, ਮੌਜੂਦਾ ਚੀਫ ਸਪੋਕਸਪਰਸਨ ਆਫ BJP ਨੇ ਉਹ, ਤੇ ਉਸ ਚੀਜ਼ ਦਾ ਜਵਾਬ ਉਹੀ ਦੇ ਸਕਦੇ ਆ। ਮੈਂ ਉਧਰ ਦਾ ਜਵਾਬ ਲਵਾਂਗਾ, ਉਹਨਾਂ ਤੋਂ ਮੈਂ ਜਵਾਬ ਲੈਣ ਦੀ ਕੋਸ਼ਿਸ਼ ਕਰ ਰਿਹਾ ਬਾਰ-ਬਾਰ। ਕਰਕੇ ਅਗਰ ਤੁਸੀਂ ਉਹ ਕਹੋ ਕਿ ਇੱਕ ਪਿਕਚਰਾਈਜੇਸ਼ਨ ਵੈਸੀ ਹੋ ਜੇ, ਤੇ ਅੱਜ ਪਹਿਲਾ ਦਿਨ ਜਾਖੜ ਸਾਹਿਬ ਦਾ ਤੇ ਅਸੀਂ ਆਪਸ ਵਿੱਚ ਦੋਵੇਂ ਭਰਾਵਾਂ ਦੇ ਸਿੰਘ ਫਸਾਉਣ ਲੱਗੇ ਹੋਇਆ। ਅਸੀਂ ਬਹੁਤ ਚੰਗੇ ਭਰਾ ਨਾ, ਮੈਂ ਸਿੰਘ ਨਹੀਂ ਫਸਾ ਰਿਹਾ। ਦੇਖੋ ਇੰਟਰਸਟਿੰਗ ਪਤਾ ਕੀ ਹੈ ਕਿ ਗੱਲ ਇਹੀ ਹੋ ਰਹੀ ਹੁੰਦੀ ਹੈ, ਇਸੇ ਪੁਆਇੰਟ ਦੇ ਉੱਤੇ ਚਰਚਾ ਹੋ ਰਹੀ ਹੁੰਦੀ ਹੈ। ਅੱਜ ਜੇ BJP ਦੇ ਵਰਕਰ ਪੰਜਾਬ ਦੇ ਕਿਸੇ ਜ਼ਿਲ੍ਹੇ 'ਚ ਜਾਂ ਫਿਰ ਕਿਸੇ ਸ਼ਹਿਰ ਕਸਬੇ ਪਿੰਡ ਦੇ ਵਿੱਚ ਬੈਠ ਕੇ ਆਪਾਂ ਸਾਰਿਆਂ ਨੂੰ ਸੁਣ ਰਹੇ ਹੋਣਗੇ, ਤਾਂ ਉਹਨਾਂ ਦੇ ਵੀ ਜ਼ਿਹਨ ਦੇ ਵਿੱਚ ਇਹੀ ਗੱਲ ਹੋਏਗੀ ਕਿ ਕਿਤੇ ਇਹ ਨਾ ਹੋਵੇ ਕਿ ਉਹਨਾਂ ਦੀ ਟੀਮ ਆ ਕੇ ਸਾਡੇ ਜ਼ਿਲ੍ਹੇ ਦੇ ਵਿੱਚ ਹੁਣ ਅਰੁਣ ਨਾਰੰਗ ਦੀ ਨਾਰਾਜ਼ਗੀ ਦੀ ਵੀ ਵਜ੍ਹਾ ਇਹੀ ਹੋ ਸਕਦੀ ਹੈ ਨਾ। ਇਸ ਕਰਕੇ ਮੈਂ ਪੁੱਛ ਰਿਹਾ, ਮੈਂ ਸਰੀਨ ਸਾਹਿਬ ਦਾ ਰੁਖ ਕਰ ਲੈਣਾ। ਸਰੀਨ ਸਾਹਿਬ, ਮੈਂ BJP ਦੇ ਵਰਕਰਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਵਾਰ-ਵਾਰ ਸਵਾਲ ਪੁੱਛ ਰਹੇ ਹਾਂ ਕਿ ਅੱਜ ਜਿਹੜੇ ਪੰਜਾਬ BJP ਦੇ ਵਰਕਰ ਨੇ ਜਾਂ ਲੀਡਰ ਨੇ ਜਿਹੜੇ ਸੁਣ ਰਹੇ ਹੋਣਗੇ, ਉਹ ਚਾਹ ਰਹੇ ਹੋਣਗੇ ਕਿ ਆਹ ਸਵਾਲ ਵੀ ਪੁੱਛੋ। ਸਵਾਲ ਇਹ ਹੈ ਕਿ ਕਿਤੇ ਹਾਈਜੈਕ ਤਾਂ ਨਹੀਂ ਹੋ ਜਾਏਗਾ ਜਿਹੜੇ ਕਾਂਗਰਸੀ BJP ਦੇ ਵਿੱਚ ਸ਼ਾਮਲ ਹੋਏ, ਪੰਜਾਬ BJP ਦੇ ਵਿੱਚ ਵੱਡੇ ਅਹੁਦੇ ਦੇ ਉੱਤੇ ਪਹੁੰਚ ਗਏ, ਕਿ ਉਹ ਪੁਰਾਣੇ ਵਾਲੇ ਜਿਨ੍ਹਾਂ ਨੇ ਕਿਸਾਨ ਅੰਦੋਲਨ ਦੇ ਦੌਰਾਨ ਬਹੁਤ ਔਖਾ ਟਾਈਮ ਕੱਟਿਆ, ਉਹ ਸੋਚ ਰਹੇ ਹੋਣਗੇ ਕਿ ਹੁਣ ਸਾਡੇ ਪੱਲੇ ਤਾਂ ਕੁਝ ਨਹੀਂ ਆਣਾ, ਇਹ ਸਾਡੇ ਜ਼ਿਲ੍ਹੇ ਦੇ ਵਿੱਚੋਂ ਜਾਖੜ ਸਾਹਿਬ ਨੇ, ਫਲਾਣੇ ਜ਼ਿਲ੍ਹੇ ਦੇ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਹੈਗੇ ਨੇ, ਫਲਾਣੇ ਜ਼ਿਲ੍ਹੇ ਦੇ ਵਿੱਚ ਕੋਈ ਹੋਰ ਆਗੂ ਹੈ ਜਿਹੜਾ BJP 'ਚ ਸ਼ਾਮਲ ਹੋਇਆ, ਸਾਡਾ ਨੰਬਰ ਤਾਂ ਨਹੀਂ ਲੱਗਣਾ। नहीं, ऐसा कुछ नहीं है। मैं जो पहला कहा कि BJP ਦਾ ਵਰਕਿੰਗ ਸਟਾਈਲ ਬਾਕੀ ਪੋਲੀਟੀਕਲ ਪਾਰਟੀਆਂ ਦੇ ਵਰਕਿੰਗ ਸਟਾਈਲ ਤੋਂ ਬਿਲਕੁਲ ਡਿਫਰੈਂਟ ਹੈਗਾ। ਸਾਡੇ ਅਲੱਗ-ਅਲੱਗ ਜ਼ਿੰਮੇਵਾਰੀਆਂ, ਅਲੱਗ-ਅਲੱਗ ਕਾਰਜਕਰਤਾ ਦੇ ਜ਼ਿੰਮੇ ਲੱਗਦੀਆਂ ਨੇ। ਦੂਜੀਆਂ ਪਾਰਟੀਆਂ ਤੇ ਉਹਦੇ ਮਿਲਦੇ ਆ ਨਾ, ਸਾਡੇ ਜ਼ਿੰਮੇਵਾਰੀਆਂ ਕਹਿੰਦੇ ਨੇ ਉਹਨੂੰ। ਸੋ ਅਸੀਂ ਅਲੱਗ-ਅਲੱਗ ਭੂਮਿਕਾ ਦੇ ਵਿੱਚ ਅਲੱਗ-ਅਲੱਗ ਜ਼ਿੰਮੇਵਾਰੀਆਂ ਸਾਰੇ ਨਿਭਾਉਣਾ ਸਿੱਖੇ ਹੋਏ ਆ। ਔਰ ਜਦੋਂ ਮੈਂ ਕਿਹਾ ਕਿ ਇਹ ਜਿਹੜਾ ਤੁਹਾਡੇ ਮਨ 'ਚ ਵਹਿਮ ਹੈਗਾ ਕਿ ਪਤਾ ਨਹੀਂ ਉਹ ਨਿਊ ਵਰਸਸ 올ਡ ਦਾ, ਇਹ ਭਾਰਤੀ ਜਨਤਾ ਪਾਰਟੀ 'ਚ ਨਹੀਂ ਹੁੰਦਾ ਹੈਗਾ। ਜਿਹੜਾ ਪਰਿਵਾਰ ਦਾ ਮੈਂਬਰ ਬਣ ਗਿਆ, ਕੋਈ ਹੁਣ ਕਾਰਜਕਰਤਾ ਦੇ ਵਿੱਚ ਹੀ ਹੋਏਗਾ। ਹੁਣ ਸਾਡੇ ਵਰਗੇ 1980 ਤੋਂ ਲੱਗੇ ਹੋਏ ਨੇ, ਕੁਝ 90 ਚ ਆਏ ਹੋਣਗੇ, ਕੁਝ 2000 ਚ ਆਏ ਹੋਣਗੇ, ਕੋਈ 2010 ਚ ਆਏ ਹੋਣਗੇ, ਕੋਈ 2020 ਚ ਆਹੀ ਗੱਲ ਪੁੱਛ ਰਿਹਾ ਸੀ ਬਸ ਮੈਂ। ਨਹੀਂ ਆਹੀ ਗੱਲ ਪੁੱਛ ਰਿਹਾ ਸੀ ਜਿਹੜੀ ਤੁਸੀਂ ਕਹਿ ਦਿੱਤੀ ਨਾ ਕਿ 1980 ਤੋਂ ਲੱਗਿਆ ਹੋਇਆ। ਬਸ ਇਹੀ ਤੁਹਾਡੇ ਵਰਕਰ ਵੀ ਬਹੁਤ ਸਾਰੇ ਸ਼ਾਇਦ ਸੋਚ ਨਾ ਰਹੇ ਹੁਣ, ਬਸ ਪੁਆਇੰਟ ਇਹੀ ਸੀ। ਨਾ ਗੌਰਵ, ਇੱਕ ਗੱਲ ਸਮਝ, ਡੋਨਟ ਟੇਕ ਇਟ ਅਦਰ ਵੇ। ਮੈਂ ਕੀ ਕਹਿ ਰਿਹਾ, ਅਸੀਂ ਸਾਰੇ ਹੁਣ ਜੇ ਅਸੀਂ ਕਹੀਏ ਕਿ ਆਈ ਐਮ ਬਿਟ 올ਡਰ ਦੈਨ ਦ ਅਦਰਸ, ਤੇ ਮੇਰੇ ਉਹਨਾਂ 'ਚ ਕੋਈ ਫਰਕ ਆ ਗਿਆ, ਐਸਾ ਬਿਲਕੁਲ ਨਹੀਂ ਹੈਗਾ। ਅਸੀਂ ਸਾਰੇ ਮੂਲ ਰੂਪ ਦੇ ਵਿੱਚ ਇੱਕ ਕਾਰਜਕਰਤਾ ਦੇ ਨਾਤੇ ਜ਼ਿੰਮੇਵਾਰੀਆਂ ਨਿਭਾਉਂਦੇ ਆ। ਡੋਨਟ ਟੇਕ ਇਟ ਅਦਰ ਵੇ ਕਿ ਮੈਂ ਜੇ ਆਪਣਾ ਕਹਤਾ ਕਿ ਮੈਂ 1980 ਤੋਂ ਲੱਗਿਆ ਤੇ ਤੁਹਾਨੂੰ ਤੁਸੀਂ ਦੂਜੇ ਪਾਸੇ ਲੈ ਜਾਓ, ਡੋਨਟ ਟੇਕ ਇਟ ਦੈਟ ਵੇ। ਮੇਰਾ ਸਿਰਫ ਇਹ ਕਹਿਣਾ ਹੈਗਾ ਕਿ ਜਦੋਂ ਪਾਰਟੀ ਦਾ ਕਾਰਜਕਰਤਾ ਬਣ ਗਿਆ, ਉਹ ਕਿੰਨੇ ਚਿਰ ਤੋਂ ਲੱਗਿਆ ਹੋਇਆ, ਕਿੰਨੇ ਚਿਰ ਤੋਂ ਨਹੀਂ ਲੱਗਿਆ ਹੋਇਆ, ਇਹ ਇਮੈਟੀਰੀਅਲ ਹੈ। ਠੀਕ ਹੈ, ਉਹ ਕੰਮ ਕਿਸ ਤਰ੍ਹਾਂ ਕਰਦਾ ਹੈ, ਉਹਦੀ ਯੋਗਤਾ ਕੀ ਹੈ, ਔਰ ਜਿਹੜਾ ਸੁਭਾਵਿਕ ਹੈ ਕਿ ਜਿਹੜਾ ਅੱਛਾ ਤਰੀਕੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਏਗਾ ਉਹਨੂੰ ਅੱਗੇ ਨਿਕਲੇਗਾ। ਇਹ ਚੀਜ਼ ਤੇ ਇੱਕ ਸੰਗਠਨ ਦਾ ਨਿਯਮ ਹੈਗਾ। ਚਲੋ ਮੇਰੇ ਕੋਲ ਸਮਾਂ ਖਤਮ ਹੋ ਚੱਲਿਆ, ਮੈਂ ਕਨਕਲੂਡ ਕਰਨਾ ਹੈ। ਠੀਕ, ਤੁਸੀਂ ਕਹੋ ਜੀ। ਕਿਸੇ ਵੀ ਤਰ੍ਹਾਂ ਦਾ ਨਵੇਂ ਪੁਰਾਣੇ ਦਾ ਕੋਈ ਇਸ਼ੂ ਨਹੀਂਗਾ। ਸਾਰੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਦੇ ਰੂਪ ਦੇ ਵਿੱਚ
ਚਲੋ ਸਰੀਨ ਸਾਹਿਬ ਮੈਂ ਦੇਖੋ ਤੁਸੀਂ ਆਪਣੇ ਜਿਹੜੇ ਵਰਕਰ ਨੇ ਨਾ ਉਹਨਾਂ ਨੂੰ ਇੱਕ ਕਲੀਅਰ ਪਿਕਚਰ ਦੱਸ ਦਿਓ। ਤੁਸੀਂ ਚੀਫ ਸਪੋਕਸਪਰਸਨ ਹੋ ਬੀਜੇਪੀ ਦੇ, ਪੰਜਾਬ ਬੀਜੇਪੀ ਦੇ ਬਹੁਤ ਸਾਰੇ ਵਰਕਰ ਤੁਹਾਨੂੰ ਸੁਣ ਰਹੇ ਹੋਣਗੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਜੇਕਰ ਕੋਈ ਨਿਰਾਸ਼ ਹੈ, ਜੇਕਰ ਕਿਸੇ ਦੇ ਕੋਈ ਦਿਲ ਦੇ ਵਿੱਚ ਗੱਲ ਆ ਰਹੀ ਹੈ ਤਾਂ ਸਰੀਨ ਸਾਹਿਬ ਤੋਂ ਜਾਣਨਾ ਚਾਹੁੰਦੇ ਨੇ ਕਿ ਉਹ ਕੀ ਸੋਚਣ ਕੀ ਸਮਝਣ। ਗੌਰਵ ਜੀ ਪਹਿਲੀ ਗੱਲ ਮੈਂ ਬਿਲਕੁਲ ਕਲੀਅਰ ਕਰ ਦਿਆਂ, ਕਿਸੇ ਤਰ੍ਹਾਂ ਦੀ ਨਿਰਾਸ਼ਾ ਜਾਂ ਚਿੰਤਾ ਜਾਂ ਪ੍ਰਸ਼ਨ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦੇ ਕਿਸੇ ਵੀ ਕਾਰਜਕਰਤਾ ਦੇ ਵਿੱਚ ਉੱਠਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਠੀਕ ਹੈ, ਕਿਉਂ? ਅਸੀਂ ਇੱਕ ਡਿਸਪਲਿਨਡ ਪਾਰਟੀ ਹੈਗੇ ਆ ਔਰ ਕੇਂਦਰ ਨੇ ਜੋ ਵੀ ਨਿਰਣਾ ਕੀਤਾ ਸੋਚ ਸਮਝ ਕੇ ਕੀਤਾ, ਅਸੀਂ ਉਹਦਾ ਸਵਾਗਤ ਕਰਦੇ ਆ, ਜਾਖੜ ਸਾਹਿਬ ਨੂੰ ਵਧਾਈ ਦਿੰਦੇ ਆ ਔਰ ਸਾਰੇ बीजेपी ਦੇ ਕਾਰਜਕਰਤਾ ਉਹਨਾਂ ਨਾਲ ਕੰਧੇ ਨਾਲ ਕੰਧਾ ਮਿਲਾ ਕੇ। ठीक है, चलो सर मेरे को समय खत्म हो गया, पर मैं प्रोफेसर साहब का एक बहुत छोटा जिहा कमेंट चाहना है सर, मैं 20 सेकंड ही दे पाऊंगा। तुसीं पूरा कुछ सुनिया, ਤੁਹਾਡਾ फाइनल कमेंट। देखो जी, ऐसा होता है मनुष्य के अंदर, हर आदमी के अंदर कुछ नेचुरल इंस्टिंक्ट होती हैं, प्रवृत्तियां होती हैं जी। अब अगर तरीन साहब ये कहें जी बीजेपी के सारे लोग उनसे ऊपर उठ गए, मोह माया से ही ऊपर उठ गए, इतने डिसिप्लिन है, इनको कोई फर्क नहीं पड़ता।